ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ ਰਾਮਦਾਸ ਗੁਣ ਗਾਵੋ ਸ੍ਰੀ ਅਰਜੁਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਵੰਦੋ ਬਾਰ ਬਾਰ ਜਗਦੀਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਤ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਕਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਪਤਿਤ ਪਾਵਨ ਭਗਤ ਵਰਸ਼ਵ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਸਤਿਗੁਰਾਂ ਨੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਬਖਸ਼ਿਸ਼ ਕੀਤੀ ਹੈ ਵਿਚਾਰਾਂ ਦਾ ਸਮਾਂ ਹੋਇਆ ਹੈ ਆਓ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈ ਪਾਕਿਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਰਾਏ ਬਲਾਰ ਕੋਲ ਬਰਾਜੇ ਹੋਏ ਨੇ ਆਪਣੇ ਘਰ ਬਰਾਜੇ ਹੋਏ ਨੇ ਤੇ ਕਦੇ ਕਦੇ ਸਤਿਗੁਰੂ ਜੀ ਰਾਏ ਬਲਾਰ ਦੇ ਪਾਸ ਜਾਂਦੇ ਨੇ ਤੇ ਰਾਏ ਬਲਾਰ ਸਤਿਗੁਰਾਂ ਅੱਗੇ ਬੇਨਤੀਆਂ ਕਰਦਾ ਹੈ ਮਹਾਰਾਜ ਜੋ ਦੁਨੀਆਦਾਰੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਹਰ ਇਨਸਾਨ ਦੇ ਅੰਦਰ ਪਰਮੇਸ਼ਰ ਦੀ ਜੋਤ ਵਿਰਾਜੀ ਹੋਈ ਹੈ ਮੈਨੂੰ ਉਸ ਜੋਤ ਤੋਂ ਜਾਣੂ ਕਰਵਾਓ ਮੈਨੂੰ ਉਸ ਆਤਮਾ ਤੋਂ ਜਾਣੂ ਕਰਵਾਓ ਕਿ ਉਹ ਮੇਰੇ ਅੰਦਰ ਹੈ ਕਿੱਥੇ। ਰਾਏ ਬਲਾਰ ਨੇ
ਸਭ ਤੋਂ ਪਹਿਲਾਂ ਤਾਂ ਆਪਣੇ ਸਰੀਰ ਨੂੰ ਉਸ ਪਰਮੇਸ਼ਰ ਦੀ ਜੋਤ ਸਮਝਿਆ ਹੈ। ਪਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਰਾਏ ਦੁਲਾਰ, ਇਹ ਜਿਹੜਾ ਤੇਰਾ ਸਰੀਰ ਹੈ ਨਾ, ਇਹ ਤਾਂ ਪੰਜਾਂ ਤੱਤਾਂ ਤੋਂ ਪੈਦਾ ਹੋਇਆ ਹੈ, ਇਹ ਉਹ ਪਰਮੇਸ਼ਰ ਦੀ ਜੋਤ ਨਹੀਂ। ਇਸ ਸਰੀਰ ਦੇ ਨਾਲ ਹੀ ਜਿਹੜੇ ਸਾਕ ਨੇ, ਸੰਬੰਧੀ ਨੇ, ਰਿਸ਼ਤੇ ਨੇ, ਇਸ ਸਰੀਰ ਦੇ ਨਾਲ ਜੁੜੇ ਹੋਏ ਨੇ, ਤੇ ਇਸ ਸਰੀਰ ਦੇ ਕਾਰਨ ਹੀ ਮਨੁੱਖ ਵਿਕਾਰੀ ਆ, ਮਨੁੱਖ ਹੰਕਾਰੀ ਆ। ਦਰਅਸਲ ਜਿਹੜਾ ਤੇਰਾ ਸਰੀਰ ਹੈ ਨਾ, ਜਿੰਨਾ ਸਮਾਂ ਇਹ ਜਿਉਂਦਾ ਹੈ, ਉਹਨਾਂ ਸਮਾਂ ਹੀ ਇਹ ਰਿਸ਼ਤੇ ਨਾਤੇ, ਸਾਕ ਸੰਬੰਧੀ, ਧਨ ਦੌਲਤ, ਪਦਾਰਥ ਇਹਦੇ ਹਨ। ਜਦੋਂ ਇਹ ਸਰੀਰ ਖਤਮ ਹੋ ਜਾਂਦਾ ਹੈ, ਉਦੋਂ ਇਹ ਸਾਰੇ ਹੀ ਰਿਸ਼ਤੇ ਨਾਤੇ, ਧਨ ਦੌਲਤ ਪਰਾਏ ਹੋ ਜਾਂਦੇ ਨੇ, ਸਾਰੇ ਹੀ ਸਾਥ ਛੱਡ ਜਾਂਦੇ ਨੇ। ਰਾਏ ਦੁਲਾਰ, ਜਿਹੜਾ ਤੇਰਾ ਸਰੀਰ ਹੈ ਨਾ, ਇਹ ਤਾਂ ਇੱਕ ਪਹਿਨੇ ਹੋਏ ਵਸਤਰ ਵਰਗਾ ਹੈ। ਜਿਵੇਂ ਕੁਝ ਸਮਾਂ ਵਸਤਰ ਪਹਿਨੀ ਰੱਖੀਏ, ਅਖੀਰ ਪੁਰਾਣਾ ਹੋ ਜਾਂਦਾ ਹੈ, ਇਨਸਾਨ ਲਾਹ ਦਿੰਦਾ ਹੈ, ਏਦਾਂ ਹੀ ਇਹ ਤੇਰਾ ਸਰੀਰ ਹੈ। ਇਹ ਜਦੋਂ ਬਚਪਨ ਵਿੱਚ ਸੀ, ਨਵਾਂ ਨਰੋਆ ਸੀ, ਜਵਾਨੀ ਵਿੱਚ ਆਇਆ ਹੈ, ਥੋੜਾ ਘਸ ਚੁੱਕਾ ਹੈ, ਵਡੇਪਾ ਆ ਜਾਵੇਗਾ, ਬਿਲਕੁਲ ਪੁਰਾਣਾ ਹੋ ਜਾਵੇਗਾ। ਜਿਵੇਂ ਇਨਸਾਨ ਪੁਰਾਣੇ ਵਸਤਰਾਂ ਨੂੰ ਉਤਾਰ ਦਿੰਦੇ ਨੇ, ਇੱਕ ਦਿਨ ਤੇਰੀ ਆਤਮਾ ਵੀ ਇਸ ਸਰੀਰ ਰੂਪੀ ਵਸਤਰ ਨੂੰ ਤਿਆਗ ਦੇਵੇਗੀ, ਛੱਡ ਦੇਵੇਗੀ, ਤੇ ਫਿਰ ਕੋਈ ਹੋਰ ਚੋਲਾ ਬਾਣਾ ਪਹਿਨ ਲਵੇਗੀ, ਫਿਰ ਕਿਸੇ ਹੋਰ ਇਸ ਸਰੀਰ ਰੂਪੀ ਵਸਤਰ ਨੂੰ ਪਹਿਨ ਲਵੇਗੀ 84 ਲੱਖ ਜੂਨਾਂ ਦੇ ਵਿੱਚੋਂ। ਇਸ ਲਈ ਜਿਹੜਾ ਤੇਰਾ ਸਰੀਰ ਹੈ, ਇਹ ਪਰਮੇਸ਼ਰ ਦੀ ਜੋਤ ਨਹੀਂ। ਰਾਏ ਦੁਲਾਰ ਨੇ ਸਤਿਗੁਰਾਂ ਦੀਆਂ ਇਸ ਪ੍ਰਕਾਰ ਬੇਨਤੀਆਂ ਸੁਣ ਕਰਕੇ, ਸਤਿਗੁਰਾਂ ਦੇ ਉਪਦੇਸ਼ ਸੁਣ ਕਰਕੇ ਆਪਣੇ ਸਰੀਰ ਦਾ ਸਾਰਾ ਹੀ ਹੰਕਾਰ ਛੱਡ ਦਿੱਤਾ ਹੈ। ਮਨ ਦੇ ਅੰਦਰ ਫਿਰ ਖਿਆਲ ਆਇਆ ਹੈ ਕਿ ਜੇਕਰ ਸਰੀਰ ਉਹ ਪਰਮੇਸ਼ਰ ਦੀ ਜੋਤ ਨਹੀਂ, ਜ਼ਰੂਰ ਜਿਹੜੇ ਇਹ ਪੰਜ ਕਰਮ ਇੰਦਰੇ ਹਨ, ਅੱਖਾਂ ਹਨ, ਨੱਕ ਹੈ, ਜ਼ੁਬਾਨ ਹੈ, ਕੰਨ ਹਨ ਆਦਿ, ਇਹ ਜਿਹੜੇ ਪੰਜ ਇੰਦਰੇ ਹਨ, ਇਹ ਪਰਮੇਸ਼ਰ ਦੀ ਜੋਤ ਹੋਣ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਰਾਏ ਦੁਲਾਰ, ਇਹ ਜਿਹੜੇ ਕਰਮ ਇੰਦਰੇ ਹਨ, ਇਹ ਵੀ ਪਰਮੇਸ਼ਰ ਦੀ ਜੋਤ ਨਹੀਂ, ਇਹ ਪਰਮੇਸ਼ਰ ਦੀ ਜੋਤ ਦੇ ਅਧੀਨ ਹਨ, ਉਸ ਦੇ ਹੁਕਮ ਦੇ ਵਿੱਚ ਹਨ। ਰਾਏ ਦੁਲਾਰ ਕਹਿਣ ਲੱਗਾ, ਮਹਾਰਾਜ, ਇਹਨਾਂ ਵਿੱਚ ਵੀ ਹੰਕਾਰ ਪੈਦਾ ਹੁੰਦਾ ਹੈ। ਬੰਦਾ ਆਪਣੀ ਜ਼ੁਬਾਨੋਂ ਕਹਿੰਦਾ ਹੈ ਕਿ ਮੈਂ ਇਸ ਚੀਜ਼ ਨੂੰ ਵੇਖਿਆ ਹੈ, ਮੈਂ ਇਸ ਚੀਜ਼ ਨੂੰ ਸੁਣਿਆ ਹੈ, ਮੈਂ ਇਸ ਚੀਜ਼ ਨੂੰ ਖਾਧਾ ਹੈ, ਮੈਂ ਇਸ ਚੀਜ਼ ਨੂੰ ਸੁੰਘਿਆ ਹੈ। ਭਾਵ ਕਿ ਇਹ ਵੀ ਮਹਾਰਾਜ ਹੰਕਾਰ ਪੈਦਾ ਕਰਦੇ ਨੇ। ਸਤਿਗੁਰੂ ਜੀ ਕਹਿੰਦੇ, ਰਾਏ ਦੁਲਾਰ, ਜਿਹੜੀ ਤੇਰੀ ਅਸਲ ਜੋਤ ਹੈ ਨਾ, ਸ਼ੁੱਧ ਰੂਪ ਹੈ, ਉਹ ਹੰਕਾਰ ਤੋਂ ਰਹਿਤ ਹੈ, ਉਹ ਕਦੇ ਵੀ ਜੰਮਦੀ ਮਰਦੀ ਨਹੀਂ। ਜੇਕਰ ਇਹਨਾਂ ਕਰਮ ਇੰਦਰੀਆਂ ਦੇ ਵਿੱਚੋਂ ਕੋਈ ਵੀ ਇੰਦਰਾ ਖਰਾਬ ਹੋ ਜਾਵੇ, ਕੋਈ ਵੀ ਇੰਦਰਾ ਨਾਸ਼ ਹੋ ਜਾਵੇ, ਕੋਈ ਬੰਦਾ ਅੰਨਾ ਹੋ ਜਾਵੇ, ਤੇ ਅੰਨੇ ਹੋਣ ਦੇ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ। ਕੋਈ ਬੰਦਾ ਗੂੰਗਾ ਹੋ ਜਾਵੇ, ਗੂੰਗੇ ਹੋਣ ਦੇ ਨਾਲ, ਬੋਲੇ ਹੋਣ ਦੇ ਨਾਲ ਬੰਦਾ ਮਰਦਾ ਨਹੀਂ। ਕਿਸੇ ਬੰਦੇ ਦੀ ਸੁਣਨ ਸ਼ਕਤੀ ਚਲੀ ਜਾਵੇ ਤੇ ਬੰਦੇ ਦੀ ਮੌਤ ਨਹੀਂ ਹੁੰਦੀ। ਦਰਅਸਲ ਜਿਹੜੇ ਇਹ ਕਰਮ ਇੰਦਰੇ ਹਨ, ਇਹ ਤੇਰੀ ਆਤਮਾ ਦੇ ਅਧੀਨ ਹਨ ਤੇ ਆਤਮਾ ਦੇ ਹੁਕਮ ਵਿੱਚ ਚੱਲਦੇ ਨੇ। ਜੇਕਰ ਆਤਮਾ ਮਰ ਜਾਵੇ, ਆਤਮਾ ਖਤਮ ਹੋ ਜਾਵੇ, ਫਿਰ ਜਿਹੜੇ ਇਹ ਇੰਦਰੇ ਹਨ, ਇਹ ਰੁਕ ਸਕਦੇ ਨੇ, ਇਹ ਬੰਦ ਹੋ ਸਕਦੇ ਨੇ। ਅੱਖਾਂ ਵੇਖਣੀਆਂ ਛੱਡ ਸਕਦੀਆਂ ਨੇ, ਜ਼ੁਬਾਨ ਬੋਲਣਾ ਛੱਡ ਸਕਦੀ ਹੈ। ਪਰ ਦਰਅਸਲ ਜਿਹੜੇ ਤੇਰੇ ਇਹ ਇੰਦਰੇ ਹਨ, ਇਹਨਾਂ ਦੇ ਬਾਬਤ ਤੇਰੀ ਆਤਮਾ ਨਹੀਂ, ਆਤਮਾ ਦੇ ਕਰਕੇ ਇਹ ਇੰਦਰੇ ਹਨ। ਇਹ ਇੰਦਰੇ ਵੀ ਤੇਰਾ ਸ਼ੁੱਧ ਸਰੂਪ ਨਹੀਂ ਹਨ। ਇਹ ਇੰਦਰੇ ਤਾਂ ਇੱਕ ਖੂਹ ਹੈ ਦੁੱਖਾਂ ਦਾ, ਤੇ ਇਹਨਾਂ ਦੇ ਕਰਕੇ ਹੀ ਮਨੁੱਖ ਵਿਸ਼ੇ ਵਿਕਾਰ ਭੋਗਦਾ ਹੈ, ਭੈੜਾ ਵੇਖਦਾ ਹੈ, ਭੈੜਾ ਸੁਣਦਾ ਹੈ, ਭੈੜਾ ਬੋਲਦਾ ਹੈ।
ਇਹੀ ਜਨਮ ਮਰਨ ਦੇ ਗੇੜੇ ਵਿੱਚ ਲਿਆਉਣ ਵਾਲੀਆਂ ਚੀਜ਼ਾਂ ਹਨ। ਜਿਹੜੀ ਤੇਰੀ ਆਤਮਾ ਹੈ ਉਹ ਤਾਂ ਇੱਕ ਤਰਖਾਣ ਵਰਗੀ ਹੈ, ਤੇ ਜਿਵੇਂ ਤਰਖਾਣ ਦੇ ਕੰਮ ਦੇ ਵਿੱਚ ਕੁਹਾੜੀ ਹੈ, ਕੁਹਾੜਾ ਹੈ, ਆਰੀ ਹੈ, ਤੇਸਾ ਹੈ ਆਦਿ ਸੰਦ ਹਨ, ਜਿਸ ਦੇ ਨਾਲ ਉਹ ਲੱਕੜਾਂ ਚੀਰਦਾ, ਬਾੜਦਾ ਹੈ ਤੇ ਆਪਣਾ ਕੰਮ ਚਲਾਉਂਦਾ ਹੈ, ਕਾਰ ਕਰਦਾ ਹੈ। ਇਸੇ ਪ੍ਰਕਾਰ ਰਾਏ ਬਲਾਰ ਜਿਹੜੀ ਤੇਰੀ ਸ਼ੁੱਧ ਸਰੂਪ ਹੈ, ਆਤਮਾ ਹੈ ਨਾ, ਉਹ ਤਾਂ ਹੈ ਤਰਖਾਣ। ਜਿਹੜੇ ਇਹ ਪੰਜ ਇੰਦਰੇ ਹਨ, ਜਿਹੜੇ ਵੇਖ ਰਹੇ ਨੇ, ਸੁਣ ਰਹੇ ਨੇ, ਸੁਣ ਰਹੇ ਨੇ, ਬੋਲ ਰਹੇ ਨੇ, ਇਹ ਉਸ ਤਰਖਾਣ ਦੇ ਹੱਥਾਂ ਵਿੱਚ ਫੜੇ ਹੋਏ ਸੰਦਾਂ ਵਰਗੇ ਨੇ, ਹਥਿਆਰਾਂ ਵਰਗੇ ਨੇ। ਤੇ ਜਿਵੇਂ ਤਰਖਾਣ ਆਪਣੇ ਸੰਦਾਂ ਤੋਂ ਕੰਮ ਲੈਂਦਾ ਹੈ, ਇਸੇ ਪ੍ਰਕਾਰ ਹੀ ਆਤਮਾ ਰੂਪੀ ਤਰਖਾਣ ਇਹਨਾਂ ਸੰਦਾਂ ਤੋਂ ਕੰਮ ਲੈ ਰਿਹਾ ਹੈ। ਇਸ ਲਈ ਜਿਹੜੇ ਤੇਰੇ ਇਹ ਇੰਦਰੇ ਹਨ ਨਾ, ਇਹਨਾਂ ਨੂੰ ਤਾਂ ਤੂੰ ਦੁੱਖਾਂ ਦਾ ਖੂਹ ਜਾਣ ਲਾ। ਤੋਰ ਸਰੂਪ ਆਨੰਦ ਅਨੂਪਾ, ਅਸਲ ਵਿੱਚ ਜਿਹੜਾ ਤੇਰਾ ਰੂਪ ਹੈ ਉਹ ਆਨੰਦ ਦਾ ਬਦਲ ਹੈ, ਆਨੰਦ ਸਰੂਪ ਹੈ ਅਤੇ ਉਪਮਾ ਤੋਂ ਰਹਿਤ ਹੈ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਬਲਾਰ ਨੂੰ ਸਮਝਾ ਰਹੇ ਨੇ। ਰਾਏ ਬਲਾਰ, ਜੋ ਤੇਰੇ ਇੰਦਰੇ ਹਨ, ਜੋ ਤੇਰਾ ਸਰੀਰ ਹੈ, ਇਹ ਤੇਰੇ ਆਤਮਾ ਦੇ ਨਾਲ ਨਹੀਂ। ਤੇਰਾ ਸ਼ੁੱਧ ਸਰੂਪ ਵੱਖਰਾ ਹੈ। ਸਰੀਰ ਤਾਂ ਕਦੇ ਬਚਪਨ ਵਿੱਚ ਹੁੰਦਾ ਹੈ, ਕਦੇ ਜਵਾਨ ਹੁੰਦਾ ਹੈ, ਕਦੇ ਬੁੱਢਾ ਹੋ ਜਾਂਦਾ ਹੈ, ਪਰ ਜਿਹੜੀ ਤੇਰੀ ਆਤਮਾ ਹੈ ਉਹ ਨਾ ਤਾਂ ਕਦੇ ਬਚਪਨ ਵਿੱਚ ਸੀ, ਨਾ ਹੀ ਕਦੇ ਜਵਾਨ ਹੈ ਤੇ ਨਾ ਹੀ ਕਦੇ ਬੁੱਢੀ ਹੋਣਾ ਹੈ। ਉਹ ਇੱਕ ਰਸ ਹੈ, ਆਨੰਦ ਦੇ ਵਿੱਚ ਹੈ, ਪਰਮੇਸ਼ਰ ਦੀ ਜੋਤ ਇਸ ਪ੍ਰਕਾਰ ਹੈ। ਇਸ ਤਰ੍ਹਾਂ ਮਹਾਰਾਜ ਕੱਲ੍ਹ ਦੀਆਂ ਕਥਾਵਾਂ ਵਿੱਚ ਰਾਏ ਬਲਾਰ ਨੂੰ ਸਮਝਾ ਰਹੇ ਸਨ, ਤੇ ਰਾਏ ਬਲਾਰ ਨੇ ਸਤਿਗੁਰਾਂ ਦੇ ਇਹ ਬਚਨ ਸੁਣ ਕਰਕੇ ਜੋ ਆਪਣੇ ਇੰਦਰੀਆਂ ਦਾ ਵੀ ਹੰਕਾਰ ਸੀ, ਸਰੀਰ ਦਾ ਹੰਕਾਰ ਛੱਡਿਆ ਹੈ। ਆਓ ਜੋ ਆਉਣ ਵਾਲਾ ਗੁਰ ਇਤਿਹਾਸ ਹੈ, ਕਿਸ ਪ੍ਰਕਾਰ ਰਾਏ ਬਲਾਰ ਸਤਿਗੁਰਾਂ ਨੂੰ ਸਵਾਲ ਕਰਦਾ ਹੈ। ਮਹਾਰਾਜ ਉਸ ਨੂੰ ਉਪਦੇਸ਼ ਦੇ ਕਰਕੇ ਕਿਰਤਾਰਥ ਕਰਦੇ ਨੇ। ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਗੁਰ ਇਤਿਹਾਸ ਆਉਣ ਵਾਲਾ ਸ਼੍ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸੁਨ ਗੋ ਅਹੰ ਬੁਲਾਰ ਵਿਸਾਰੀ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਸਮਝਾਇਆ ਹੈ ਰਾਏ ਬਲਾਰ ਨੂੰ ਕਿ ਤੇਰਾ ਸਰੀਰ ਹੈ, ਜੋ ਤੇਰੇ ਇੰਦਰੇ ਹਨ, ਇਹ ਤੇਰਾ ਸ਼ੁੱਧ ਸਰੂਪ ਨਹੀਂ, ਇਹ ਪਰਮੇਸ਼ਰ ਜੋਤ ਨਹੀਂ, ਇਹ ਤੇਰੀ ਆਤਮਾ ਨਹੀਂ। ਇਹ ਸੁਣ ਕਰਕੇ ਸਰੀਰ ਦਾ ਅਤੇ ਇੰਦਰੀਆਂ ਦਾ ਜਿਹੜਾ ਗੋਹ ਭਾਵ ਹੰਕਾਰ ਹੈ, ਉਹ ਰਾਏ ਬਲਾਰ ਨੇ ਸਾਰਾ ਹੀ ਤਿਆਗਿਆ ਹੈ, ਛੱਡਿਆ ਹੈ। ਪੁਨ ਸ੍ਰੀ ਗੁਰ ਸੋ ਗਿਰਾ ਉਚਾਰੀ। ਇਹ ਰਾਏ ਬਲਾਰ ਦੇ ਮਨ ਅੰਦਰ ਖਿਆਲ ਆਇਆ ਹੈ ਅਤੇ ਸਤਿਗੁਰਾਂ ਨੂੰ ਇਸ ਪ੍ਰਕਾਰ ਵਚਨ ਕੀਤੇ ਨੇ। ਕਹਿ ਰਖੀਕ ਹੈ ਮੂਰ ਸਰੂਪਾ। ਮਹਾਰਾਜ, ਮੈਂ ਜਾਣ ਚੁੱਕਾ ਹਾਂ ਜਿਹੜੇ ਇੰਦਰੇ ਹਨ ਇਹ ਵੀ ਮੇਰਾ ਅਸਲ ਰੂਪ ਨਹੀਂ, ਇਹਨਾਂ ਤੋਂ ਬਿਨਾਂ ਸਰ ਸਕਦਾ ਹੈ। ਜਾਨੋ ਮੈਂ ਹੋ ਪ੍ਰਾਨ ਅਨੂਪਾ। ਮਹਾਰਾਜ, ਮੈਂ ਜਾਣਿਆ ਹੈ ਜਿਹੜੇ ਮੇਰੇ ਪ੍ਰਾਣ ਹਨ, ਸਵਾਸ ਹਨ, ਇਹ ਮੇਰਾ ਅਸਲ ਰੂਪ ਹਨ। ਜਬਲੋ ਪ੍ਰਾਣ ਰਹੇ ਤਨ ਜੀਵਤ। ਜਦੋਂ ਤੱਕ ਮਨੁੱਖ ਦੇ ਸਰੀਰ ਅੰਦਰ ਇਹ ਪ੍ਰਾਣ, ਇਹ ਸਵਾਸ ਚੱਲਦੇ ਰਹਿੰਦੇ ਨੇ, ਉਦੋਂ ਤੱਕ ਮਨੁੱਖ ਜਿਉਂਦਾ ਅਖਵਾਉਂਦਾ ਹੈ। ਨਿਕਸ ਜਾਏ ਤਬ ਮ੍ਰਿਤ ਪੁਨ ਥੀਵਤ। ਤੇ ਜਦੋਂ ਇਹ ਸਵਾਸ ਨਿਕਲ ਜਾਂਦੇ ਨੇ ਫਿਰ ਮਨੁੱਖ ਦੀ ਮੌਤ ਹੋ ਜਾਂਦੀ ਹੈ, ਮਰਿਆ ਅਖਵਾਉਂਦਾ ਹੈ। ਜੀਵਤ ਮਰਨਾ ਪ੍ਰਾਨ ਅਧੀਨਾ। ਇਹ ਮਨੁੱਖ ਦਾ ਜਿਉਣਾ ਅਤੇ ਮਰਨਾ ਸਵਾਸਾਂ ਦੇ ਆਸਰੇ ਹੈ। ਜਦੋਂ ਤੱਕ ਸਵਾਸ ਸਰੀਰ ਵਿੱਚ ਚੱਲ ਰਹੇ ਨੇ, ਸਰੀਰ ਜਿਉਂਦਾ ਹੈ, ਮਨੁੱਖ ਜਿਉਂਦਾ ਅਖਵਾਉਂਦਾ ਹੈ। ਸਵਾਸ ਮੁੱਕ ਗਏ, ਸਵਾਸ ਰੁਕ ਗਏ ਤੇ ਸਰੀਰ ਮ੍ਰਿਤਕ ਹੋ ਜਾਂਦਾ ਹੈ, ਮਰਿਆ ਅਖਵਾਉਂਦਾ ਹੈ। ਮਨੁੱਖ ਦਾ ਜਿਉਣਾ ਅਤੇ ਮਰਨਾ ਸਵਾਸਾਂ ਸਹਾਰੇ ਹੈ। ਜਾਪੇ ਸੋ ਸਰੂਪ ਨਿਜ ਜੀਨਾ। ਮਹਾਰਾਜ, ਮੈਂ ਜਾਣ ਗਿਆ ਹਾਂ ਜਿਹੜਾ ਮੇਰਾ ਅਸਲ ਰੂਪ ਹੈ ਨਾ, ਪਰਮੇਸ਼ਰ ਦੀ ਜੋਤ ਹੈ, ਉਹ ਮੇਰੇ ਸਵਾਸ ਹਨ। ਦੁਖ ਸੁਖ ਕੋ ਅਨੁਭਵ ਜਿਸ ਮਾਹੀ। ਮਹਾਰਾਜ, ਜਿੰਨਾ ਸਮਾਂ ਸਵਾਸ ਚੱਲਦੇ ਨੇ ਉਹਨਾਂ ਸਮਾਂ ਹੀ ਮਨੁੱਖ ਨੂੰ ਦੁੱਖ ਅਤੇ ਸੁੱਖ ਦਾ ਅਨੁਭਵ ਹੁੰਦਾ ਹੈ, ਉਹਨਾਂ ਸਮਾਂ ਹੀ ਦੁੱਖ ਅਤੇ ਸੁੱਖ ਦਾ ਪਤਾ ਲੱਗਦਾ ਹੈ।
ਸਵਾਸ ਚੱਲ ਰਹੇ ਨੇ ਤੇ ਮਨੁੱਖ ਨੂੰ ਬਹੁਤੀ ਕਮਾਈ ਹੋ ਜਾਵੇ ਤੇ ਖੁਸ਼ੀ ਪ੍ਰਤੀਤ ਹੁੰਦੀ ਹੈ। ਕੋਈ ਧੀ ਪੁੱਤਰ ਚੰਗੀ ਕਮਾਈ ਕਰ ਲਵੇ, ਖਬਰ ਦਾ ਪਤਾ ਲੱਗੇ ਤੇ ਖੁਸ਼ੀ ਹੁੰਦੀ ਹੈ। ਤੇ ਜੇਕਰ ਕੋਈ ਨੁਕਸਾਨ ਹੋ ਜਾਵੇ ਸਵਾਸਾਂ ਦੇ ਚੱਲਦੇ ਤੇ ਦੁੱਖ ਵੀ ਪ੍ਰਤੀਤ ਹੁੰਦਾ ਹੈ। ਜਦੋਂ ਇਹ ਸਵਾਸ ਰੁਕ ਜਾਣ, ਜਿੰਨੇ ਮਰਜ਼ੀ ਧਨ ਦੌਲਤ ਲਿਆ ਕੇ ਪਦਾਰਥ ਕੋਲੇ ਰੱਖਦੀ ਹੈ, ਮਨੁੱਖ ਨੂੰ ਖੁਸ਼ੀ ਨਹੀਂ ਹੁੰਦੀ। ਜਿੰਨਾ ਮਰਜ਼ੀ ਭਾਰੀ ਨੁਕਸਾਨ ਹੋ ਜਾਵੇ, ਭਾਵੇਂ ਸਵਾਸਾਂ ਦੇ ਰੁਕਿਆਂ ਤੋਂ ਬੰਦ ਕੱਟ ਦਈਏ ਤੇ ਦੁੱਖ ਮਹਿਸੂਸ ਨਹੀਂ ਹੁੰਦਾ। ਭਾਵ ਜਿੰਨਾ ਸਮਾਂ ਇਹ ਪ੍ਰਾਣ ਸਰੀਰ ਅੰਦਰ ਚੱਲਦੇ ਨੇ, ਉਹਨਾਂ ਸਮਾਂ ਹੀ ਇਹ ਦੁੱਖ ਅਤੇ ਸੁੱਖ ਨੇ ਜੋ ਸੰਸਾਰ ਤੇ ਇਹਨਾਂ ਦਾ ਅਨੁਭਵ ਪ੍ਰਤੀਤ ਹੁੰਦਾ ਹੈ। ਤਨ ਰਖੀਕ ਜਿਹ ਬਿਨ ਥਿਰ ਨਾਹੀ। ਅਤੇ ਸਰੀਰ ਦੇ ਜਿਹੜੇ ਇੰਦਰੇ ਹਨ, ਨਾ ਅੱਖਾਂ ਹਨ, ਨੱਕ ਹੈ, ਕੰਨ ਹੈ, ਜ਼ੁਬਾਨ ਹੈ, ਇਹ ਸਾਰੇ ਹੀ ਪ੍ਰਾਣਾਂ ਦੇ ਸਹਾਰੇ। ਜਦੋਂ ਤੱਕ ਪ੍ਰਾਣ ਚੱਲ ਰਹੇ ਨੇ, ਅੱਖਾਂ ਵੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਜੀਭ ਸਵਾਦ ਚੱਖ ਰਹੀ ਹੈ। ਜਦੋਂ ਸਵਾਸ ਰੁਕ ਗਏ, ਇਹ ਸਾਰੇ ਹੀ ਨਾਲ ਖਤਮ ਹੁੰਦੇ ਹਨ। ਖਾਓ ਅਸਨ ਮੈਂ ਪੀਵੋ ਪਾਨਾ। ਤੇ ਸਵਾਸਾਂ ਦੇ ਚੱਲਦੇ ਹੀ ਮਨੁੱਖ ਖਾਂਦਾ ਪੀਂਦਾ ਹੈ, ਭੋਜਨ ਛਕਦਾ ਹੈ, ਜਲ ਪੀਂਦਾ ਹੈ। ਤਾਤੇ ਨਾਮ ਸਰੂਪ ਹੈ ਪ੍ਰਾਨਾ। ਇਸ ਲਈ ਮਹਾਰਾਜ ਮੈਂ ਜਾਣ ਚੁੱਕਾ ਹਾਂ, ਜਿਹੜਾ ਮੇਰਾ ਸ਼ੁੱਧ ਰੂਪ ਹੈ, ਪਰਮੇਸ਼ਰ ਜੋਤ ਹੈ, ਉਹ ਮੇਰੇ ਪ੍ਰਾਣ ਹਨ। ਹੇ ਰਾਜਨ ਜੇ ਪ੍ਰਾਨ ਅਨੂਪਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਰਾਏ ਬਲਾਰ ਦੇ ਇਸ ਪ੍ਰਕਾਰ ਖਿਆਲ ਜੋ ਬਚਨ ਹਨ ਉਹ ਸੁਣੇ ਨੇ ਤੇ ਮਹਾਰਾਜ ਜੀਆਂ ਨੇ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਹੇ ਰਾਜਨ ਜੇ ਪ੍ਰਾਨ ਅਨੂਪਾ, ਬਿਲਕੁਲ ਹੇ ਰਾਜਨ, ਹੇ ਰਾਏ ਬਲਾਰ, ਜਿਹੜੇ ਇਹ ਪ੍ਰਾਣ ਹਨ ਇਹ ਉਪਮਾ ਤੋਂ ਰਹਿਤ ਨੇ, ਬਹੁਤ ਕੀਮਤੀ ਹਨ, ਨਿਰਮੋਲਕ ਹਨ। ਸੂਪ ਨਹੀਂ ਹੈ ਤੂਰ ਸਰੂਪਾ। ਪਰ ਤੂੰ ਇਹ ਵੀ ਜਾਣ ਲਾ, ਜਿਹੜਾ ਤੇਰਾ ਅਸਲ ਸਰੂਪ ਹੈ ਉਹ ਪ੍ਰਾਣ ਸਵਾਸ ਨਹੀਂ ਹਨ। ਜਾਗਰਤ ਸੁਪਨ ਸੁਖੋਪਤ ਮਾਹੀ। ਮਨੁੱਖ ਤਿੰਨ ਅਵਸਥਾ ਆਪਣੇ ਸਰੀਰ ਤੇ ਹਟਾਉਂਦਾ ਹੈ। ਜਾਗਤਰ ਜਾਗਦਾ ਰਹਿੰਦਾ ਹੈ, ਕਾਰਜ ਕਰਦਾ ਹੈ। ਸੁਪਨੇ ਦੇ ਅੰਦਰ ਅੱਧਾ ਜਾਗਦਾ ਹੁੰਦਾ ਹੈ ਅਤੇ ਅੱਧਾ ਸੁੱਤਾ ਹੁੰਦਾ ਹੈ। ਸੁਖੋਪਤ ਤੋਂ ਭਾਵ ਐਸੀ ਗੂੜੀ ਨੀਂਦ ਹੈ, ਸਾਰੇ ਘਰ ਨੂੰ ਚੋਰ ਲੁੱਟ ਕੇ ਲੈ ਜਾਣ, ਉਸ ਨੂੰ ਪਤਾ ਨਹੀਂ ਲੱਗਦਾ। ਇਹਨਾਂ ਤਿੰਨਾਂ ਅਵਸਥਾ ਅੰਦਰ ਮਨੁੱਖ ਵਿਚਰਦਾ ਹੈ। ਤਿਨਹਿ ਸਥਿਰਤਾ ਕਬਹੂ ਨਾਹੀ। ਤਿਨਹਿ ਸਥਿਰਤਾ ਕਬਹੂ ਨਾਹੀ। ਤੇ ਇਹਨਾਂ ਤਿੰਨਾਂ ਅਵਸਥਾ ਦੇ ਵਿੱਚ ਹੀ ਜਿਹੜੇ ਸਵਾਸ ਪ੍ਰਾਣ ਹਨ ਉਹ ਸਥਿਰ ਟਿਕੇ ਰਹਿਣ ਵਾਲੇ ਨਹੀਂ। ਇਨ ਸਮਾਨ ਨਹਿ ਤੇਰੀ ਰੀਤਾ। ਤੇ ਇਸ ਲਈ ਇਹਨਾਂ ਪ੍ਰਾਣਾਂ ਦੇ ਆਸਰੇ ਜਿਹੜੀ ਤੇਰੀ ਰੀਤ ਮਰਿਆਦਾ, ਜਿਹੜੇ ਤੇਰਾ ਸ਼ੁੱਧ ਸਰੂਪ ਹੈ ਉਹ ਨਹੀਂ ਹਨ। ਸ਼ੁੱਧ ਸਰੂਪ ਦੇ ਆਸਰੇ ਤੇਰੇ ਪ੍ਰਾਣ ਹਨ, ਪ੍ਰਾਣਾਂ ਦੇ ਆਸਰੇ ਤੂੰ ਨਹੀਂ। ਇਨ ਤੇ ਆਪ ਲਖੋ ਵਿਪਰੀਤਾ। ਇਸ ਲਈ ਪ੍ਰਾਣਾਂ ਤੋਂ ਵੀ ਆਪਣੇ ਆਪ ਨੂੰ ਵੱਖਰਾ ਸਮਝਣਾ ਕਰ। ਇਹ ਜਿਹੜੇ ਪ੍ਰਾਣ ਹਨ ਇਹ ਤੇਰੀ ਪਰਮੇਸ਼ਰ ਦੀ ਜੋਤ ਹੈ ਜੋ ਤੇਰੇ ਅੰਦਰ ਉਸ ਦੇ ਆਸਰੇ ਚੱਲ ਰਹੇ ਨੇ। ਪ੍ਰਾਣਾਂ ਦੇ ਆਸਰੇ ਤੇਰਾ ਸ਼ੁੱਧ ਸਰੂਪ ਨਹੀਂ, ਸ਼ੁੱਧ ਸਰੂਪ ਦੇ ਆਸਰੇ ਹੀ ਤੇਰੇ ਪ੍ਰਾਣ ਹਨ। ਜਾਗਰਤ ਸੁਪਨ ਭੋਗ ਸਮ ਪਾਵਾ। ਜਦੋਂ ਮਨੁੱਖ ਜਾਗਤਰ ਜਾਗਦਾ ਹੋਇਆ ਸੰਸਾਰ ਵਿੱਚ ਵਿਚਰਦਾ ਹੈ, ਪਦਾਰਥਾਂ ਨੂੰ ਭੋਗਦਾ ਹੈ, ਤੇ ਸੁਪਨੇ ਦੇ ਅੰਦਰ ਜਦੋਂ ਮਨੁੱਖ ਪਦਾਰਥਾਂ ਨੂੰ ਭੋਗਦਾ ਹੈ, ਦੇਸ਼ਾਂ ਵਿਦੇਸ਼ਾਂ ਨੂੰ ਘੁੰਮ ਕਰਕੇ ਜਦੋਂ ਥੱਕ ਜਾਂਦਾ ਹੈ, ਬਹੁਰ ਸੁਖੋਪਤ ਮਾਹੇ ਸਿਧਾਵਾ। ਫਿਰ ਮਨੁੱਖ ਐਸੀ ਨੀਂਦ ਦੇ ਅੰਦਰ ਜਾਂਦਾ ਹੈ ਜਿਸ ਨੂੰ ਸੁਖੋਪਤ ਕਹਿੰਦੇ ਹਨ। ਘਨਾ ਆਨੰਦ ਕੇ ਵਿੱਚ ਸਮਾਵੇ। ਉਸ ਦੇ ਅੰਦਰ ਐਸਾ ਆਨੰਦ ਹੈ, ਨੀਂਦ ਦੇ ਅੰਦਰ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ, ਸੋਚਣ ਸ਼ਕਤੀ ਸਭ ਕੁਝ ਖਤਮ ਹੋ ਜਾਂਦਾ ਹੈ। ਮਨੁੱਖ ਨੂੰ ਪਤਾ ਨਹੀਂ ਲੱਗਦਾ ਕਿੱਥੇ ਪਿਆ ਹਾਂ, ਹਵਾ ਚੱਲ ਰਹੀ ਹੈ ਜਾਂ ਹਵਾ ਬੰਦ ਹੈ। ਐਸੇ ਆਨੰਦ ਵਿੱਚ ਸੌਂਦਾ ਹੈ। ਅੰਮ੍ਰਿਤ ਬਹੀਨ ਨ ਆਵੇ ਜਾਵੇ। ਉਸ ਨੀਂਦ ਦੇ ਅੰਦਰ ਮਨ ਵੀ ਕੰਮ ਕਰਨਾ ਛੱਡ ਜਾਂਦਾ ਹੈ, ਬੁੱਧੀ ਵੀ ਕੰਮ ਕਰਨਾ ਛੱਡ ਜਾਂਦੀ ਹੈ। ਜੋ ਹੈ ਸਦਾ ਅਚਲ ਅਨੂਪਾ। ਤੇ ਜੋ ਹੈ ਸਦਾ ਅਚਲ ਅਨੂਪਾ। ਤੇ ਜਿਹੜਾ ਤੇਰਾ ਅਸਲ ਸਰੂਪ ਹੈ ਉਹ ਇਸ ਤੋਂ ਰਹਿਤ ਹੈ, ਉਪਮਾ ਤੋਂ ਬਾਹਰ ਹੈ। ਸੋਗੁਰ ਲਖੇ ਆਪਨ ਸਰੂਪਾ। ਤੇ ਉਸ ਨੂੰ ਆਪਣੇ ਹਿਰਦੇ ਅੰਦਰ ਜਾਣਨਾ ਕਰ, ਉਹੀ ਤੇਰਾ
ਤੋਂ ਬਿਨਾਂ ਟਿਕ ਨਹੀਂ ਸਕਦੇ। ਜਾਂ ਕੋ ਉੱਤਰ ਸੁਨਹੁ ਉਮੰਗਾ, ਸੁਣਨਾ ਕਰ ਰਾਏ ਬਲਾਰ ਆਪਣੇ ਸਵਾਲ ਦਾ ਉੱਤਰ। ਅਹੈ ਜੀਵ ਕੋ ਪ੍ਰਾਣ ਤਰੰਗਾ, ਇਹ ਜਿਹੜੇ ਇਹ ਸਵਾਸ ਹਨ ਨਾ, ਇਹ ਤਾਂ ਘੋੜੇ ਵਰਗੇ ਨੇ। ਜਿਹੜੇ ਪ੍ਰਾਣ ਹਨ ਇਹ ਘੋੜੇ ਵਰਗੇ ਹਨ। ਤਾਪਰ ਅਵੈ ਅਰੂੜ ਪਰਲੋਕਾ, ਤੇ ਜਿਹੜਾ ਤੇਰਾ ਸ਼ੁੱਧ ਸਰੂਪ ਹੈ ਨਾ, ਉਹ ਸਵਾਸਾਂ ਦੇ ਪ੍ਰਾਣਾਂ ਦੇ ਘੋੜੇ ਉੱਪਰ ਚੜ ਕੇ ਜਦੋਂ ਲੋਕ ਨੂੰ ਛੱਡ ਕੇ ਪਰਲੋਕ ਜਾਂਦਾ ਹੈ। ਜਾਇ ਸੰਬੰਧੀ ਹੋਤ ਸਸੁਕਾ, ਤੇ ਜਿਹੜੇ ਤੇਰੇ ਸਾਥ ਸੰਬੰਧੀ ਰਿਸ਼ਤੇ ਨਾਤੇ ਧੀਆਂ ਪੁੱਤਰ ਘਰ ਵਾਲੀ ਆਦਿਕ ਜੋ ਵੀ ਸੰਬੰਧੀ ਹਨ, ਸਾਰੇ ਹੀ ਸ਼ੋਕ ਦੇ ਸਹਿਤ ਚਿੰਤਾ ਦੇ ਸਹਿਤ ਹੋ ਜਾਂਦੇ ਨੇ। ਜਿੰਨਾ ਟਾਈਮ ਸਵਾਸ ਇਸ ਸਰੀਰ ਵਿੱਚ ਦੌੜ ਰਹੇ ਨੇ, ਉਹਨਾਂ ਟਾਈਮ ਕਿਸੇ ਨੂੰ ਕੋਈ ਚਿੰਤਾ ਨਹੀਂ, ਤੂੰ ਜਿਉਂਦਾ ਜਾਗਦਾ ਹੈ। ਜਦੋਂ ਤੇਰਾ ਸ਼ੁੱਧ ਸਰੂਪ ਦਾ ਦਿਲ ਕੀਤਾ, ਇਹਨਾਂ ਸਵਾਸਾਂ ਰੂਪੀ ਘੋੜੇ ਨੂੰ ਤੇਰੇ ਸਰੀਰ ਚੋਂ ਕੱਢ ਕੇ ਪਰਲੋਕ ਨੂੰ ਤਿਆਰੀ ਕਰ ਲਈ। ਫਿਰ ਤੇਰੇ ਸਾਰੇ ਹੀ ਸਾਥ ਸੰਬੰਧੀ ਰੋਂਦੇ ਕਰਲਾਉਂਦੇ ਹਨ, ਚਿੰਤਾ ਕਰਦੇ ਨੇ। ਜਾਪੇ ਅਨੰਤ ਸਰੂਪ ਪਛਾਨੋ, ਇਸ ਲਈ ਆਪਣੀਆਂ ਸਵਾਸਾਂ ਤੋਂ, ਆਪਣੇ ਸਰੀਰ ਤੋਂ, ਆਪਣੇ ਇੰਦਰੀਆਂ ਤੋਂ ਵੱਖਰਾ ਆਪਣੇ ਸ਼ੁੱਧ ਸਰੂਪ ਨੂੰ ਜਾਣ ਲਵੋ। ਜਿਹ ਜਾਣੇ ਸਭ ਸੰਕਟ ਹਾਨੋ, ਤੇ ਜਿਨ੍ਹਾਂ ਨੇ ਆਪਣਾ ਅਸਲ ਰੂਪ ਪਹਿਚਾਨ ਲਿਆ, ਪਰਮੇਸ਼ਰ ਦੀ ਜੋਤ ਆਪਣੇ ਅੰਦਰ ਪਹਿਚਾਨ ਲਈ, ਉਹਨਾਂ ਦੇ ਸਾਰੇ ਦੁੱਖ ਕਲੇਸ਼ ਨਾਸ਼ ਹੋ ਜਾਂਦੇ ਨੇ। ਸੁਨ ਕਰ ਰਾਏ ਸਲੋਨ ਅਸ ਬਚਨਾ, ਇਸ ਪ੍ਰਕਾਰ ਰਾਏ ਬਲਾਰ ਨੇ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਉਪਦੇਸ਼ ਸੁਣਿਆ ਹੈ, ਤਿਆਗੀ ਪ੍ਰਾਨ ਅਹੰਗ ਕੀ ਰਚਨਾ, ਤੇ ਜਿਹੜੇ ਸਵਾਸਾਂ ਦਾ ਹੰਕਾਰ ਸੀ, ਜਿਸ ਨੂੰ ਆਪਣਾ ਸ਼ੁੱਧ ਸਰੂਪ ਸਮਝੀ ਬੈਠਾ ਸੀ, ਸਾਰਾ ਹੀ ਹੰਕਾਰ ਨਾਸ਼ ਹੋਇਆ ਹੈ। ਬੋਲਿਓ ਜਗਤ ਲਖਿਓ ਸਭ ਕਾਚਾ, ਤੇ ਰਾਏ ਬਲਾਰ ਬੋਲਿਆ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਮੈਂ ਸਾਰੇ ਹੀ ਸੰਸਾਰ ਨੂੰ ਕੱਚਾ ਸਮਝ ਲਿਆ ਹੈ, ਝੂਠਾ ਸਮਝ ਲਿਆ ਹੈ। ਪ੍ਰਾਨ ਨਹੀਂ ਮੈਂ ਸਾਚ ਉਬਾਚਾ, ਆਪ ਜੀਆਂ ਨੇ ਸੱਚ ਹੀ ਕਿਹਾ ਹੈ, ਜਿਹੜੇ ਮੇਰੇ ਪ੍ਰਾਣ ਹਨ, ਇਹ ਪਰਮੇਸ਼ਰ ਜੋਤ ਮੇਰਾ ਸ਼ੁੱਧ ਸਰੂਪ ਨਹੀਂ ਹਨ। ਮਨ ਸਰੂਪ ਮੈਂ ਆਪਣਾ ਜਾਣਾ, ਮਹਾਰਾਜ ਮੈਂ ਜਾਣ ਲਿਆ ਹੈ, ਜੋ ਮੇਰੇ ਅੰਦਰ ਮਨ ਹੈ ਨਾ, ਜੋ ਕਿਸੇ ਨੂੰ ਦਿਸਦਾ ਨਹੀਂ, ਉਹ ਮੇਰਾ ਸ਼ੁੱਧ ਸਰੂਪ ਹੋਵੇਗਾ। ਜਾ ਕੇ ਹੈ ਅਧੀਨ ਸਭ ਗਿਆਨਾ, ਜਿਸ ਮਨ ਦੇ ਅਧੀਨ ਹੀ ਸਾਰਾ ਗਿਆਨ ਹੈ। ਮਨ ਕਰਦਾ ਹੈ ਵੇਖ ਲੈਂਦੇ ਹਾਂ, ਮਨ ਕਰਦਾ ਹੈ ਕੁਝ ਸੁਣ ਲੈਂਦੇ ਹਾਂ, ਮਨ ਕਰਦਾ ਹੈ ਬੋਲ ਲੈਂਦੇ ਹਾਂ, ਮਨ ਕਰਦਾ ਹੈ ਕੁਝ ਚੱਖ ਲੈਂਦੇ ਹਾਂ, ਖਾ ਲੈਂਦੇ ਹਾਂ ਜਾਂ ਸੁੰਘ ਲੈਂਦੇ ਹਾਂ। ਇਸ ਪ੍ਰਕਾਰ ਜਿਹੜਾ ਮਨ ਹੀ ਅਸਲ ਸਰੂਪ ਹੈ। ਸਾਵਧਾਨ ਮਨ ਹੋਏ ਨ ਜੌਲਾ, ਜਦੋਂ ਤੱਕ ਮਨ ਸਾਵਧਾਨ ਇਕਾਗਰ ਨਹੀਂ ਹੁੰਦਾ, ਗਿਆਨ ਉਪਾਵੈ ਕੋਏ ਨ ਤੌਲਾ, ਉਦੋਂ ਤੱਕ ਜਿੰਨੇ ਮਰਜ਼ੀ ਵੇਦ ਗ੍ਰੰਥਾਂ ਦਾ ਗਿਆਨ ਸੁਣ ਲਈਏ, ਉਦੋਂ ਤੱਕ ਗਿਆਨ ਪ੍ਰਾਪਤ ਨਹੀਂ ਹੁੰਦਾ। ਮੈਂ ਸੰਕਲਪ ਕਿਉ ਅਸਭਾਂਤੀ, ਮਹਾਰਾਜ ਮੇਰੇ ਮਨ ਅੰਦਰ ਇਸ ਪ੍ਰਕਾਰ ਫੁਰਨਾ ਬਣਿਆ ਹੈ। ਜਾਤੇ ਜੀਤੋ ਸਕਲ ਅਰਾਤੀ, ਮਨ ਦੇ ਅੰਦਰ ਐਸੇ ਫੁਰਨੇ ਬਣਦੇ ਹਨ, ਮਨ ਦੇ ਅੰਦਰ ਹੀ ਬੰਦਾ ਕਿਸੇ ਕੰਮ ਨੂੰ ਅੰਜਾਮ ਦੇਣ ਦੀ ਤਿਆਰੀ ਕਰਦਾ ਹੈ, ਆਪਣੇ ਦੁਸ਼ਮਣਾਂ ਨੂੰ ਜਿੱਤਣ ਦੀ, ਆਪਣੇ ਦੁਸ਼ਮਣਾਂ ਨੂੰ ਹਰਾਉਣ ਦੀ ਤਿਆਰੀ ਕਰਦਾ ਹੈ। ਮਨ ਕੋ ਧਰਮ ਸੰਕਲਪ ਉਠਾਵਤ, ਤੇ ਮਨ ਦਾ ਜੋ ਅਸਲ ਧਰਮ ਹੈ, ਉਹ ਸੰਕਲਪ ਫੁਰਨੇ ਬਣਾਉਣਾ ਹੈ। ਸੋ ਸਭ ਆਪਨ ਮੈਂ ਲਖ ਪਾਵਤ, ਮਹਾਰਾਜ ਇਸ ਲਈ ਇਹ ਸਾਰੇ ਹੀ ਫੁਰਨੇ ਮੈਂ ਜਾਣ ਸਕਦਾ ਹਾਂ। ਤਾਤੇ ਮਨ ਸਰੂਪ ਹੈ ਮੇਰੋ, ਮਹਾਰਾਜ ਜਿਹੜਾ ਮੇਰਾ ਸ਼ੁੱਧ ਸਰੂਪ ਹੈ ਨਾ, ਮੈਂ ਜਾਣ ਚੁੱਕਾ ਹਾਂ, ਉਹ ਮੇਰਾ ਮਨ ਹੈ। ਜਾਤੇ ਅਨਕ ਔਰ ਨਹਿਰੋ, ਮਹਾਰਾਜ ਇਹਦੇ ਤੋਂ ਵੱਖਰੀ ਕੋਈ ਹੋਰ ਚੀਜ਼ ਨਹੀਂ ਹੋ ਸਕਦੀ। ਓ ਰਾਜਨ ਤੂੰ ਮਨ ਵੀ ਨਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਸਮਝਾਉਣਾ ਕੀਤਾ ਹੈ ਕਿ ਰਾਏ ਬਲਾਰ, ਜੋ ਤੇਰਾ ਸ਼ੁੱਧ ਸਰੂਪ ਹੈ, ਉਹ ਤੇਰਾ ਮਨ ਵੀ ਨਹੀਂ ਹੈ। ਹੁਣ ਵਿਕਾਰ ਚੇਤ ਤਹ ਮਾਹੀ, ਜਿਹੜਾ ਮਨ ਹੈ ਇਹ ਤਾਂ ਵਿਕਾਰਾਂ ਨੂੰ ਪੈਦਾ ਕਰਨ ਵਾਲਾ ਹੈ। ਬਿਨਾ ਵਿਕਾਰ ਰੂਪ ਹੈ ਤੇਰੋ, ਪਰ ਜੋ ਤੇਰੇ ਅੰਦਰ ਪਰਮੇਸ਼ਰ ਜੋਤ ਹੈ, ਆਤਮਾ ਹੈ, ਉਹ ਤਾਂ ਵਿਕਾਰਾਂ ਤੋਂ ਰਹਿਤ ਹੈ, ਉਹ ਵਿਕਾਰਾਂ ਦੇ ਨਾਲ ਗੰਧਲੀ ਨਹੀਂ। ਤੇ ਜਿਹੜਾ ਤੇਰਾ ਮਨ ਹੈ, ਇਹ ਵਿਕਾਰਾਂ ਦੇ ਨਾਲ, ਹੰਕਾਰ ਦੇ
ਨਾਲ ਗੰਧਲਾ ਹੋਇਆ ਹੈ। ਤਾਕੋ ਆਪ ਨੀਕੀ ਵਿਦਹੇਰੋ ਇਸ ਲਈ ਆਪਣੀ ਜਿਹੜੀ ਜੋਤ ਹੈ, ਸ਼ੁੱਧ ਸਰੂਪ ਹੈ, ਵੱਖਰਾ ਸਮਝ ਲਵੋ। ਜਿਹਨੇ ਇਸ ਮਨ ਕੋ ਉਪਜਾਵਾ ਜਿਸ ਚੀਜ਼ ਨੇ ਇਸ ਮਨ ਨੂੰ ਪੈਦਾ ਕੀਤਾ ਹੈ ਨਾ, ਉਹ ਤੇਰਾ ਅਸਲ ਰੂਪ ਹੈ। ਸੋ ਸਰੂਪ ਤੂੰ ਸਦਾ ਸੁਭਾਵਾ ਉਹ ਤੇਰਾ ਸੁੰਦਰ ਸਰੂਪ ਤੇਰੇ ਅੰਦਰ ਸੋਭ ਰਿਹਾ ਹੈ। ਉਪਜਨ ਬਿਨਸਨ ਮਹਿ ਤੂੰ ਨਾਹੀ ਤੂੰ ਕਦੇ ਵੀ ਪੈਦਾ ਨਹੀਂ ਹੁੰਦਾ, ਕਦੇ ਵੀ ਮਰਦਾ ਨਹੀਂ, ਤੂੰ ਕਦੇ ਵੀ ਜੰਮਦਾ ਨਹੀਂ, ਕਦੇ ਵੀ ਮਰਦਾ ਨਹੀਂ, ਤੂੰ ਕਦੇ ਵੀ ਉਪਜਦਾ ਨਹੀਂ, ਤੂੰ ਕਦੇ ਵੀ ਬਿਨਸਦਾ ਨਹੀਂ, ਨਾਸ਼ ਨਹੀਂ ਹੁੰਦਾ। ਐਸਾ ਤੇਰਾ ਅਸਲ ਰੂਪ ਹੈ। ਨਿਤਿ ਏਕ ਰਸ ਲੱਖ ਉਰਮਾਹੀ ਤੂੰ ਤਾਂ ਹਰ ਰੋਜ਼ ਇੱਕੋ ਰਸ ਹੈ। ਜਿਹੜਾ ਤੇਰਾ ਮਨ ਹੈ, ਜਦੋਂ ਤੇਰਾ ਜਨਮ ਹੁੰਦਾ ਹੈ, ਇਹ ਨਾਲ ਹੀ ਪੈਦਾ ਹੋ ਜਾਂਦਾ ਹੈ। ਜਦੋਂ ਤੂੰ ਮਰ ਜਾਂਦਾ ਹੈ ਤੇ ਨਾਲ ਹੀ ਤੇਰਾ ਇਹ ਮਨ ਵੀ ਮਰ ਜਾਂਦਾ ਹੈ। ਪਰ ਜਿਹੜਾ ਤੇਰਾ ਸ਼ੁੱਧ ਸਰੂਪ ਹੈ, ਉਹ ਜੰਮਣ ਮਰਨ ਤੋਂ ਰਹਿਤ ਹੈ, ਹਰ ਰੋਜ਼ ਇੱਕ ਰਸ ਹੈ। ਕਹਿਤ ਜੌਨ ਮੇਰੇ ਮਨ ਆਈ ਜਦੋਂ ਤੂੰ ਇਹ ਗੱਲ ਕਹਿਣਾ ਹੈ ਨਾ ਕਿ ਆਹ ਗੱਲ ਮੇਰੇ ਮਨ ਵਿੱਚ ਆਈ ਹੈ, ਜਦੋਂ ਤੂੰ ਇਹ ਗੱਲ ਸੋਚਦਾ ਹੈ ਕਿ ਮੇਰਾ ਮਨ ਏਦਾਂ ਕਹਿੰਦਾ ਹੈ ਸ਼ਤਰੂ ਜੀਤੋ ਕਰੋ ਲੜਾਈ ਕਿ ਮੈਂ ਦੁਸ਼ਮਣਾਂ ਦੇ ਨਾਲ ਲੜ ਕਰਕੇ ਉਹਨਾਂ ਨੂੰ ਜਿੱਤ ਲਵਾਂ। ਜੋ ਭਗਤ ਮਨ ਕੋ ਮਨ ਮੇਰੋ ਜੋ ਪਿਛਲੇ ਪਾਸਿਓਂ ਮਨ ਨੂੰ ਸਾਰਾ ਆਰਡਰ ਹੁੰਦਾ ਹੈ, ਮਨ ਨੂੰ ਹੁਕਮ ਦਿੰਦਾ ਹੈ, ਸੋ ਸਰੂਪ ਆਪਣੋ ਤੁਮ ਹੀਰੋ ਉਸ ਨੂੰ ਤੂੰ ਜਾਣ ਲੈ, ਉਹ ਤੇਰਾ ਅਸਲ ਰੂਪ ਹੈ। ਮਨ ਜਿਸ ਦੇ ਅਧੀਨ ਚੱਲ ਰਿਹਾ ਹੈ, ਜਿਸ ਦੇ ਹੁਕਮ ਦੇ ਨਾਲ ਮਨ ਸੋਚਣਾ ਸ਼ੁਰੂ ਕਰਦਾ ਹੈ, ਮਨ ਦੇ ਅੰਦਰ ਖਿਆਲ ਪੈਦਾ ਹੁੰਦੇ ਨੇ, ਮਨ ਦੇ ਅੰਦਰ ਵਿਚਾਰਾਂ ਪੈਦਾ ਹੁੰਦੀਆਂ ਨੇ ਨਾ, ਉਹ ਤੇਰਾ ਅਸਲ ਸਰੂਪ ਹੈ। ਐਸਾ ਵੀ ਸਮਾਂ ਹੁੰਦਾ ਹੈ ਜਦੋਂ ਮਨ ਬਿਲਕੁਲ ਸ਼ਾਂਤ ਹੁੰਦਾ ਹੈ, ਕਿਉਂਕਿ ਉਦੋਂ ਜਿਹੜੀ ਪਰਮੇਸ਼ਰ ਦੀ ਜੋਤ ਹੈ, ਆਤਮਾ ਹੈ, ਉਹ ਵੀ ਸ਼ਾਂਤ ਬੈਠੀ ਹੁੰਦੀ ਹੈ। ਜਦੋਂ ਉਹਦੇ ਵੱਲੋਂ ਕੋਈ ਹੁਕਮ ਹੁੰਦਾ ਹੈ, ਉਦੋਂ ਹੀ ਤੇਰਾ ਮਨ ਸੋਚਦਾ ਹੈ, ਮਨ ਅੰਦਰ ਫਿਰਨੇ ਪੈਦਾ ਹੁੰਦੇ ਨੇ। ਮਨ ਕੀ ਕਥਾ ਗਤੀ ਜੋ ਜਾਣੈ ਜੋ ਮਨ ਦੀ ਗਤੀਵਿਧੀਆਂ ਕਰ ਰਿਹਾ ਹੈ, ਸਭਨ ਪ੍ਰਕਾਸ਼ ਸਦਾ ਸੁਭਾਨੈ ਉਹ ਪਰਮੇਸ਼ਰ ਵਾਂਗ ਪਰਮੇਸ਼ਰ ਦੀ ਜੋਤ ਹੈ, ਸੁਤੇ ਸਿੱਧ ਹੀ ਪ੍ਰਕਾਸ਼ ਹੈ। ਸਾਧਨ ਜਿਉ ਨੈ ਨਾਦ ਰਖੀਕਾ ਜਿਵੇਂ ਇੱਕ ਤਰਖਾਣ ਦੇ ਸਾਧਨ ਹੁੰਦੇ ਨੇ, ਹਥਿਆਰ ਹੁੰਦੇ ਨੇ, ਸੰਦ ਹੁੰਦੇ ਨੇ, ਇਸੇ ਪ੍ਰਕਾਰ ਜਿਵੇਂ ਸਰੀਰ ਦੇ ਸਾਧਨ ਅੱਖਾਂ ਆਦਿਕ ਹਨ, ਤਿਉ ਮਨ ਸਾਧਨ ਜਨਮ ਨੀਕਾ ਉਵੇਂ ਹੀ ਅੱਖਾਂ ਨੱਕ ਆਦਿਕ ਦੇ ਵਿੱਚੋਂ ਜਿਹੜਾ ਤੇਰਾ ਮਨ ਹੈ ਨਾ, ਇਹ ਵੀ ਇੱਕ ਸਾਧਨ ਹੈ ਤੇਰੇ ਸਰੀਰ ਦਾ। ਜਿਵੇਂ ਵੇਖਣਾ, ਸੁਣਨਾ, ਬੋਲਣਾ, ਸੁਣਨਾ ਆਦਿਕ ਜ਼ਰੂਰੀ ਹੈ, ਇਸੇ ਪ੍ਰਕਾਰ ਹੀ ਇਹਨਾਂ ਇੰਦਰੀਆਂ ਦੇ ਵਿੱਚ ਇੱਕ ਇੰਦਰਾ ਹੈ ਜੋ ਮਨ ਹੈ, ਇਹਨੂੰ ਵੀ ਆਪਣਾ ਇੱਕ ਇੰਦਰਾ ਹੀ ਜਾਣ ਲੈ। ਦੇਖਣ ਸੁਣਨ ਚੱਕ ਸੁਤ ਬਿਨ ਨਾਹੀ ਜਿਵੇਂ ਵੇਖਣਾ, ਸੁਣਨਾ, ਚੱਖਣਾ, ਸੁਰਤ ਭਾਵ ਸੁਣਨਾ ਇਸ ਮਨ ਤੋਂ ਬਿਨਾ ਨਹੀਂ ਹੈ। ਮਨ ਵਿਹੀਨ ਕਿਉ ਬ੍ਰਿਤ ਨ ਕਾਹੀ ਤੇ ਮਨ ਤੋਂ ਬਿਨਾ ਇਹਨਾਂ ਇੰਦਰੀਆਂ ਦੀ ਕੋਈ ਵੀ ਵ੍ਰਿਤੀ ਗਤੀਵਿਧੀ ਨਹੀਂ ਹੈ। ਅਸ ਪ੍ਰਕਾਰ ਕੀ ਸੁਨਕਰ ਬਾਣੀ ਇਸ ਪ੍ਰਕਾਰ ਜਦੋਂ ਰਾਏ ਬਲਾਰ ਨੇ ਸਤਿਗੁਰਾਂ ਦੇ ਬਚਨ ਸੁਣੇ ਹਨ, ਰਾਏ ਤਪਕੇ ਹੰਤਾ ਮਨ ਹਾਨੀ ਤੇ ਜੋ ਮਨ ਦਾ ਹੰਕਾਰ ਕਰੀ ਬੈਠਾ ਸੀ ਕਿ ਮੇਰੇ ਅੰਦਰ ਜੋ ਮਨ ਹੈ ਇਹ ਮੇਰਾ ਸ਼ੁੱਧ ਸਰੂਪ ਹੈ, ਹੰਕਾਰ ਨਾਸ਼ ਹੋਇਆ ਹੈ। ਕਰ ਵਿਚਾਰ ਗੁਣ ਬਚਨ ਉਚਾਰਾ ਤੇ ਇਸ ਪ੍ਰਕਾਰ ਵਿਚਾਰਾਂ ਕਰਦਾ ਕਰਦਾ ਰਾਏ ਬਲਾਰ ਬੋਲਿਆ ਹੈ, ਮਨ ਹੈ ਮੇਰੋ ਰੂਪ ਉਦਾਰਾ ਮਹਾਰਾਜ ਜਿਹੜਾ ਮੇਰਾ ਮਨ ਹੈ ਇਹ ਵੀ ਮੇਰਾ ਅਸਲ ਸਰੂਪ ਨਹੀਂ। ਇਸ ਤੇ ਬੜੇ ਬੁੱਧ ਹੈ ਜੋਈ ਮਹਾਰਾਜ ਮਨ ਤੋਂ ਵੱਖਰੀ ਇੱਕ ਬੁੱਧੀ ਹੈ ਸਰੀਰ ਦੇ ਅੰਦਰ। ਇੱਕ ਜੋ ਬੁੱਧੀ ਹੈ ਨਾ, ਜਿਸ ਦੇ ਨਾਲ ਸੋਚਿਆ ਵਿਚਾਰਿਆ ਜਾਂਦਾ ਹੈ, ਉਹ ਜੋ ਬੁੱਧੀ ਹੈ ਨਿਤ ਸਰੂਪ ਮੈਂ ਮਾਨਿਓ ਸੋਈ ਉਸ ਨੂੰ ਮੈਂ ਆਪਣਾ ਅਸਲ ਸਰੂਪ ਮੰਨਦਾ ਹਾਂ। ਨਿਸ਼ਚਾ ਕਰਨ ਧਰਮ ਬੁੱਧ ਕੇਰਾ ਤੇ ਉਹੀ ਸੱਚ ਦੀ ਪਹਿਚਾਨ ਕਰਵਾਉਂਦੀ ਹੈ। ਆਪਨ ਹੰਤਾ ਤਾਂ ਮਹਿਰਾ ਤੇ ਉਹੀ ਬੁੱਧੀ ਦੇ ਅੰਦਰ ਹੰਕਾਰ ਪੈਦਾ ਹੁੰਦਾ ਹੈ, ਵਿਕਾਰ ਪੈਦਾ ਹੁੰਦਾ ਹੈ। ਜਾਂਦੇ ਪਰੈ ਨਾ ਜਾਣਿਓ ਜਾਈ ਤੇ ਬੁੱਧੀ ਤੋਂ ਬਾਅਦ ਤਾਂ
ਕੁਝ ਸੋਚਿਆ ਵਿਚਾਰਿਆ ਵੀ ਨਹੀਂ ਜਾਂਦਾ। ਕਹੈ ਪਰੇ ਤੋ ਦੇਖੋ ਬੁਝਾਈ। ਜੇਕਰ ਸਰੀਰ ਦੇ ਅੰਦਰ ਬੁੱਧੀ ਤੋਂ ਕੁਝ ਵੱਖਰਾ ਹੈ ਤੇ ਮੈਨੂੰ ਸਮਝਾ ਦੇਵੋ। ਸੁਨ ਬੋਲੇ ਸ੍ਰੀ ਪੰਕਜ ਬਦਨਾ। ਇਸ ਪ੍ਰਕਾਰ ਰਾਏ ਬਿਲਾਰ ਦੀਆਂ ਸੁਣ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਹਨ। ਓ ਰਾਜਨ ਕਰ ਅਹੰ ਨਿਕਦਨਾ। ਕਿ ਹੈ ਰਾਜਨ, ਹੈ ਰਾਏ ਬਿਲਾਰ, ਤੂੰ ਕਿੰਨਾ ਕਿੰਨਾ ਚੀਜ਼ਾਂ ਦਾ ਹੰਕਾਰ ਕਰੀ ਬੈਠਾ ਹੈ। ਕਦੇ ਤੂੰ ਆਪਣੇ ਸਰੀਰ ਦਾ, ਕਦੇ ਤੂੰ ਆਪਣੀਆਂ ਇੰਦਰੀਆਂ ਦਾ, ਕਦੇ ਤੂੰ ਆਪਣੇ ਮਨ ਦਾ, ਕਦੇ ਤੂੰ ਹੁਣ ਆਪਣੀ ਬੁੱਧੀ ਦਾ ਹੰਕਾਰ ਕਰੀ ਬੈਠਾ ਹੈ। ਇਹ ਸਾਰਾ ਹੰਕਾਰ ਛੱਡ ਦੇ। ਨਹੀਂ ਬੁੱਧ ਤੂੰ ਦੇਖ ਵਿਚਾਰਾ। ਤੂੰ ਜਰਾ ਕੁ ਵਿਚਾਰ ਕੇ ਵੇਖ, ਜਿਹੜਾ ਤੇਰਾ ਅਸਲ ਰੂਪ ਹੈ ਉਹ ਬੁੱਧੀ ਨਹੀਂ। ਮਿਲ ਜਾਸੋ ਭਾਜੀਵ ਦੁਖਾਰਾ। ਕਿ ਇਸ ਬੁੱਧੀ ਨੂੰ ਮਿਲ ਕਰਕੇ ਤੇ ਮਨੁੱਖ ਬਹੁਤਾ ਦੁੱਖ ਪਾਉਂਦਾ ਹੈ। ਪੰਜ ਭੂਤ ਮੈਂ ਤਮਨ ਜੋਈ। ਪੰਜ ਭੂਤਕ ਤੇਰਾ ਸਰੀਰ ਹੈ, ਜੋ ਇਸ ਸਰੀਰ ਦੇ ਅੰਦਰ ਤਮੋ ਗੁਣ ਹੈ। ਤੇ ਬਣਿਓ ਥੂਲ ਸਭ ਕੋਈ। ਤੇ ਇਸ ਤੋਂ ਹੀ ਸਾਰਾ ਤੇਰਾ ਅਸਥੂਲ ਸਰੀਰ ਜੋ ਦਿਖਦਾ ਨਹੀਂ ਉਹ ਤਿਆਰ ਹੋਇਆ ਹੈ। ਤਿਲ ਮਹਿ ਆਂਸ ਜੋ ਰਜਗੁਣ ਨੀਕਾ। ਤੇ ਤੇਰੇ ਇਸੇ ਸਰੀਰ ਦੇ ਅੰਦਰ ਹੀ ਜੋ ਰਜੋ ਗੁਣ ਦੀ ਅੰਸ਼ ਹੈ। ਤਹਿ ਨਿਰਮਾਈ ਸਰਬ ਰਖੀਕਾ। ਤੇ ਉਸ ਦੇ ਨਾਲ ਹੀ ਜਿਹੜੀਆਂ ਤੇਰੀਆਂ ਇੰਦਰੀਆਂ ਕੰਮ ਕਰਦੀਆਂ ਹਨ ਪੈਦਾ ਹੋਈਆਂ ਨੇ। ਤਮ ਹੈ ਸਤਗੁਣ ਅੰਸ ਸੁਹਾਵਾ। ਤੇ ਤੀਸਰਾ ਤੇਰੇ ਸਰੀਰ ਅੰਦਰ ਜੋ ਤਮੋ ਗੁਣ ਹੈ। ਤੇ ਅੰਤ ਹੈ ਕਰਨ ਬਨਾਵਾ। ਤੇ ਇਸ ਤੋਂ ਹੀ ਅੰਤ ਹੈ ਕਰਨ ਪੈਦਾ ਹੋਇਆ ਹੈ। ਚਤੁਰ ਪ੍ਰਕਾਰ ਭਇਓ ਸੋ ਜਾਨੋ। ਚਾਰਾਂ ਤਰੀਕਿਆਂ ਦੇ ਨਾਲ ਤੂੰ ਪੈਦਾ ਹੋਇਆ ਬਣਿਆ ਹੈ। ਮਨ ਬੁੱਧ ਚਿਤ ਅਹੰਕਾਰ ਪਛਾਨੋ। ਇੱਕ ਮਨ ਹੈ, ਇੱਕ ਬੁੱਧ ਹੈ, ਇੱਕ ਚਿੱਤ ਹੈ, ਇੱਕ ਹੰਕਾਰ ਹੈ। ਤੇਰੀ ਵੇਦ ਸਭ ਜਾਣੋ ਐਸੇ। ਇਹਨਾਂ ਸਾਰਿਆਂ ਦੀ ਵਿਧੀ ਤਾਂ ਤੂੰ ਇਸ ਪ੍ਰਕਾਰ ਜਾਣ ਲੈ। ਤਬ ਸਰੂਪ ਕੇ ਆਛਰੈ ਜੈਸੇ। ਇਹ ਸਾਰਾ ਕੁਝ ਹੀ ਤੇਰਾ ਜਿਹੜਾ ਨਿਜ ਸਰੂਪ ਹੈ, ਸ਼ੁੱਧ ਸਰੂਪ ਹੈ, ਉਸ ਦੇ ਆਸਰੇ ਹੈ। ਰਥ ਰੂਪੀ ਜੋ ਹੈ ਸਰੀਰਾ। ਜਿਹੜਾ ਰਾਏ ਬਿਲਾਰ ਤੇਰਾ ਸਰੀਰ ਹੈ ਨਾ, ਇਹ ਤਾਂ ਇੱਕ ਰਥ ਵਰਗਾ ਹੈ। ਤਹਿਤ ਰੰਗ ਇੰਦਰੀ ਲਖ ਧੀਰਾ। ਤੇ ਜਿਹੜੇ ਅੱਖਾਂ, ਕੰਨ, ਨੱਕ, ਜ਼ਬਾਨ ਆਦਿਕ ਇੰਦਰੇ ਹਨ, ਇਹ ਸਾਰੇ ਹੀ ਇਸ ਰਥ ਦੇ ਅੱਗੇ ਜੋੜੇ ਘੋੜੇ ਹਨ। ਮਨ ਡੋਰੀ ਕੇ ਸਮ ਪਹਿਚਾਨੋ। ਤੇ ਜੋ ਇਹਨਾਂ ਘੋੜਿਆਂ ਨੂੰ ਲਗਾਮਾਂ ਪਾਈਆਂ ਹੋਈਆਂ ਨੇ, ਉਹ ਆਪਣੇ ਮਨ ਰੂਪੀ ਡੋਰੀ ਜਾਣ ਲੈ। ਬੁੱਧ ਸਾਰਥੀ ਤਨਹਿ ਪ੍ਰਮਾਨ ਹੋ। ਤੇ ਜਿਹੜੀ ਬੁੱਧੀ ਹੈ ਇਸ ਰਥ ਨੂੰ ਚਲਾਉਣ ਵਾਲੀ ਇੱਕ ਚਾਲਕ ਸਮਝ ਲੈ। ਆਤਮਾ ਰੂਪ ਸੋ ਤੇਰੋ। ਤੇ ਜੋ ਇਸ ਦੇ ਵਿੱਚ ਰਾਜਿਆਂ ਵਾਂਗ ਸਵਾਰ ਹੈ ਨਾ, ਜੋ ਇਸ ਦੇ ਵਿੱਚ ਸਵਾਰੀ ਕਰਦੀ ਹੈ ਰਾਜਿਆਂ ਵਾਂਗ ਰਥ ਦੇ ਵਿੱਚ ਬੈਠੀ ਹੈ, ਆਨੰਦ ਮਾਣ ਰਹੀ ਹੈ, ਉਹ ਤੇਰੀ ਅਸਲ ਦੇ ਵਿੱਚ ਆਤਮਾ ਹੈ। ਜਿਹੜਾ ਤੇਰਾ ਸਰੀਰ ਹੈ ਉਹ ਤਾਂ ਇੱਕ ਰਥ ਵਰਗਾ ਹੈ, ਇੱਕ ਗੱਡੇ ਵਰਗਾ ਹੈ। ਤੇ ਜੋ ਇਸ ਨੂੰ ਚਲਾਉਣ ਵਾਲੇ ਘੋੜੇ ਹਨ ਉਹ ਤੇਰੇ ਇੰਦਰੇ ਹਨ। ਤੇ ਜੋ ਇਸ ਨੂੰ ਘੋੜਿਆਂ ਨੂੰ ਲਗਾਮਾਂ ਪਾਈਆਂ ਨੇ ਕਿ ਕਿੱਧਰ ਨੂੰ ਖਿੱਚ ਕੇ ਕਿੱਧਰ ਨੂੰ ਮੋੜਨਾ ਹੈ, ਉਹ ਤੂੰ ਆਪਣੇ ਮਨ ਨੂੰ ਸਮਝ ਲੈ ਕਿ ਮਨ ਰੂਪੀ ਇਹਨਾਂ ਘੋੜਿਆਂ ਨੂੰ ਡੋਰੀ ਪਾਈ ਹੋਈ ਹੈ। ਤੇ ਇਸ ਮਨ ਨੂੰ ਚਲਾਉਣ ਵਾਲਾ ਕੌਣ ਹੈ, ਇਹਨਾਂ ਲਗਾਮਾਂ ਨੂੰ ਖਿੱਚਣ ਵਾਲਾ ਕੌਣ ਹੈ, ਉਹ ਤੇਰੀ ਬੁੱਧੀ ਹੈ ਜੋ ਇਸ ਰਥ ਨੂੰ ਚਲਾ ਰਹੀ ਹੈ। ਤੇ ਜਿਹੜਾ ਤੇਰਾ ਸ਼ੁੱਧ ਸਰੂਪ ਹੈ ਨਾ ਰਾਏ ਬਿਲਾਰ, ਉਹ ਆਤਮਾ ਹੈ। ਆਤਮਾ ਇੱਕ ਰਾਜੇ ਵਰਗੀ ਹੈ। ਜੇਕਰ ਸਰੀਰ ਦੇ ਅੰਦਰ ਆਤਮਾ ਹੈ ਤਾਂ ਹੀ ਇਹ ਸਵਾਸ ਹਨ, ਤਾਂ ਹੀ ਇਹ ਮਨ ਹੈ, ਤਾਂ ਹੀ ਇਹ ਬੁੱਧੀ ਹੈ, ਤਾਂ ਹੀ ਇਹ ਅੱਖਾਂ, ਨੱਕ, ਕੰਨ ਆਦਿਕ ਹਨ, ਤਾਂ ਹੀ ਤੇਰਾ ਸਰੀਰ ਜਿਹੜਾ ਅਸਲ ਸਰੂਪ ਹੈ ਉਹ ਤੇਰੀ ਆਤਮਾ ਹੈ। ਆਤਮਾ ਰਾਜਿਆਂ ਵਾਂਗ ਇਸ ਵਿੱਚ ਸਵਾਰੀ ਕਰ ਰਹੀ ਹੈ। ਜਾਕੋ ਹਰਖ ਸ਼ੋਕ ਨਹਿ ਰੋ। ਤੇ ਰਾਜਿਆਂ ਨੂੰ ਕਦੇ ਵੀ ਹਰਖ ਸੋਗ ਨਹੀਂ ਹੁੰਦਾ, ਪਰਮੇਸ਼ਰ ਨੂੰ ਕਦੇ ਵੀ ਦੁੱਖ ਨਹੀਂ, ਸੁੱਖ ਨਹੀਂ, ਉਹ ਇੱਕ ਰਸ ਹੈ। ਇਸ ਲਈ ਜਿਹੜੀ ਤੇਰੀ ਆਤਮਾ ਹੈ ਉਹ ਰਾਜਿਆਂ ਵਾਂਗ ਹਰਖ ਸੋਗ ਤੋਂ ਰਹਿਤ ਹੈ। ਤਾਕੋ ਤੂੰ ਨੀਕੈ ਲਖ ਲੀਜੈ। ਇਸ ਲਈ ਰਾਏ ਬਿਲਾਰ ਤੂੰ ਆਪਣਾ ਜਿਹੜਾ ਸ਼ੁੱਧ ਸਰੂਪ ਹੈ, ਆਪਣੀ ਆਤਮਾ ਜਾਣ ਲੈ। ਅਪਰ ਅਹੰਤਾ ਤਿਆਗਣ ਕੀਜੈ। ਤੇ ਹੋਰ ਜੋ ਵੀ ਤੇਰੇ ਅੰਦਰ ਹੰਕਾਰ ਹੈ, ਜਿਨ੍ਹਾਂ ਚੀਜ਼ਾਂ ਦਾ ਸਰੀਰ ਨੂੰ ਲੈ ਕਰਕੇ
ਕਰਕੇ, ਅੱਖਾਂ ਨੂੰ ਲੈ ਕਰਕੇ, ਇੰਦਰੀਆਂ ਨੂੰ ਲੈ ਕਰਕੇ, ਮਨ ਨੂੰ, ਬੁੱਧ ਨੂੰ ਸੋਚ ਸੋਚ ਕੇ ਹੰਕਾਰ ਪੈਦਾ ਹੁੰਦਾ ਹੈ। ਇਹ ਸਾਰਾ ਹੀ ਤਿਆਗ ਦੇ। ਅਪਰ ਅਹੰਤਾ ਤਿਆਗਨ ਕੀਜੈ, ਹੋਰ ਜੋ ਵੀ ਤੇਰੇ ਸਰੀਰ ਦੇ ਅੰਦਰ ਹੈ ਆਤਮਾ ਤੋਂ ਬਿਨਾ, ਇਹ ਸਾਰਾ ਕੁਝ ਹੀ ਤਿਆਗ ਦੇ। ਇਸ ਦਾ ਹੰਕਾਰ ਤਿਆਗ ਦੇ, ਕਿਉਂਕਿ ਇਹ ਸਾਰਾ ਕੁਝ ਹੀ ਨਾਸ਼ ਕਰਦਾ ਹੈ। ਜਦੋਂ ਸਵਾਸਾਂ ਰੂਪੀ ਘੋੜੇ ਤੇ ਤੇਰੀ ਆਤਮਾ ਰੂਪੀ ਰਾਜਾ ਲੋਕ ਤੋਂ ਪਰਲੋਕ ਨੂੰ ਲੇਖਾ ਦੇਣ ਵਾਸਤੇ ਚਲਾ ਗਿਆ, ਉਦੋਂ ਤੇਰੀਆਂ ਇਹ ਅੱਖਾਂ, ਨੱਕ, ਕੰਨ ਆਦਿ ਸਾਰਾ ਕੁਝ ਹੀ ਖਤਮ, ਤੇਰਾ ਸਰੀਰ ਖਤਮ, ਤੇਰੇ ਸਵਾਸ ਖਤਮ ਹਨ, ਤੇਰਾ ਮਨ ਬੁੱਧ ਸਭ ਕੁਝ ਹੀ ਸੋਚਣ ਸ਼ਕਤੀ ਰੁਕ ਜਾਣੀ ਹੈ। ਇਸ ਲਈ ਇਸ ਸਰੀਰ ਦਾ ਹੰਕਾਰ ਛੱਡ ਦੇ। ਜੋ ਤੇਰਾ ਅਸਲ ਸਰੂਪ ਹੈ ਨਾ ਆਤਮਾ, ਜੋ ਪਰਮੇਸ਼ਰ ਦੀ ਇੱਕ ਬੂੰਦ ਹੈ, ਪਰਮੇਸ਼ਰ ਦੀ ਇੱਕ ਅੰਸ਼ ਹੈ, ਉਸ ਨੂੰ ਪਹਿਚਾਨਣਾ ਕਰ। ਉਸ ਨੂੰ ਕਿਵੇਂ ਪਹਿਚਾਣਿਆ ਜਾਵੇਗਾ? ਗੁਰਬਾਣੀ ਪੜ੍ਹ ਕੇ, ਸੇਵਾ ਕਰਕੇ, ਸਿਮਰਨ ਕਰਕੇ। ਭਾਵ ਜਦੋਂ ਮਨੁੱਖ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦੇਵੇ, ਸੰਸਾਰ ਨੂੰ ਵੇਖਣਾ ਛੱਡ ਦੇਵੇ, ਜਦੋਂ ਸੰਸਾਰ ਦੀ ਯਾਤਰਾ ਛੱਡ ਕੇ ਨਿਰੰਕਾਰ ਦੀ ਯਾਤਰਾ ਕਰਨ ਲੱਗ ਜਾਵੇ, ਉਦੋਂ ਆਪਣੇ ਅਸਲ ਰੂਪ ਦੀ ਪਹਿਚਾਣ ਹੁੰਦੀ ਹੈ, ਉਦੋਂ ਆਪਣੇ ਆਤਮਾ ਦੀ ਪਹਿਚਾਣ ਹੁੰਦੀ ਹੈ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਬਲਾਰ ਦੇ ਸਵਾਲਾਂ ਦਾ ਬਾਰ-ਬਾਰ ਜਵਾਬ ਦੇ ਰਹੇ ਨੇ। ਰਾਏ ਬਲਾਰ ਨੂੰ ਸਮਝਾ ਰਹੇ ਨੇ ਕਿ ਰਾਏ ਬਲਾਰ, ਆਤਮਾ ਤੇਰਾ ਅਸਲ ਰੂਪ ਹੈ, ਉਸ ਨੂੰ ਪਹਿਚਾਨਣਾ ਕਰ। ਇਸ ਪ੍ਰਕਾਰ ਅੱਜ ਦੀ ਕਥਾ ਵਿਚਾਰ ਆਈ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਕਾ ਇਤਿਹਾਸ, ਗੁਰੂ ਕਾ ਸ਼ਬਦ ਜਾਣ ਕੇ ਹਿਰਦੇ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਪਰਲੋਕ ਸਵਰ ਸਕੇ। ਜਿਨ੍ਹਾਂ ਚੀਜ਼ਾਂ ਦਾ ਸਰੀਰ ਦੇ ਅੰਦਰ ਸਾਨੂੰ ਹੰਕਾਰ ਹੈ, ਪਰਮੇਸ਼ਰ ਕੋ ਸਾਰਾ ਹੀ ਹੰਕਾਰ ਨਾਸ਼ ਕਰ ਦੇਵੇ। ਜੋ ਆਤਮਾ ਹੈ ਉਹ ਸਾਰਿਆਂ ਦੇ ਅੰਦਰ ਇੱਕੋ ਜਿਹੀ ਵਰਤ ਰਹੀ ਹੈ। ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਸੁਖੀ ਹੈ, ਭਾਵੇਂ ਕੋਈ ਦੁਖੀ ਹੈ, ਉਹ ਜੋ ਜੋਤ ਹੈ ਪਰਮੇਸ਼ਰ ਦੀ, ਉਹ ਸਾਰਿਆਂ ਦੇ ਅੰਦਰ ਇੱਕੋ ਜਿਹੀ ਵਰਤ ਰਹੀ ਹੈ। ਜੋ ਸਾਡਾ ਹੰਕਾਰ ਹੈ ਉਹ ਸਰੀਰ ਪੈਦਾ ਕਰਦਾ ਹੈ। ਸਰੀਰ ਦੇ ਦੁੱਖ ਸੁੱਖ ਸਾਡਾ ਹੰਕਾਰ ਪੈਦਾ ਕਰਦੇ ਨੇ। ਪਰਮੇਸ਼ਰ ਇਹਨਾਂ ਚੀਜ਼ਾਂ ਤੋਂ ਸਾਨੂੰ ਪਰੇ ਕਰੇ, ਇਹਨਾਂ ਚੀਜ਼ਾਂ ਦਾ ਸਾਡੇ ਅੰਦਰੋਂ ਨਾਸ਼ ਕਰੇ, ਸੁੱਧ ਸਰੂਪ ਦੀ ਪਹਿਚਾਣ ਹੋਵੇ। ਪਰਮੇਸ਼ਰ ਦੀ ਸਤ ਸੰਗਤ ਕਰਕੇ ਆਪਣੇ ਅਸਲ ਰੂਪ ਤੋਂ ਜਾਣੂ ਹੋਈਏ। ਹੋਈਆਂ ਭੁੱਲਾਂ ਦੀ ਖਿਮਾ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ, ਸਹਿਜ ਸੇਤੀ ਮਨ ਵਜੀਆਂ ਬਾਤਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀ ਆਈਆ, ਸ਼ਬਦੋ ਦਾ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ। ਆਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੀ। ਆਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਤਿ ਸਾਹਿਬਾ ਕਿਆ ਨਾਹੀ ਕਰਤੀ ਰਹਿ ਘਾਟਾ ਤੇਰਾ, ਸਭ ਕੁਛ ਹੈ ਜਿਸ ਦੇ ਵੀ ਸੋ ਭਾਵਈ। ਸਤਿ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਈ। ਨਾਮ ਜਿਨ ਕੈ ਮਨ ਵਸਿਆ, ਬਾਤੇ ਸ਼ਬਦ ਕਨੇਰੀ। ਆਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੀ ਰਹਿ। ਸਚਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਆਹ ਨਾਨਕ ਸੁਨਹੁ ਸੰਤਹੁ ਸਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਤ ਵਸ ਕੀਤੇ ਕਾਲ ਕੰਟਕ ਮਾਰਿਆ। ਕਰਨ ਪਾਇਆ ਤੁਧ ਦਿਨ ਕੋ ਸੇ ਨਾਮ ਹਰ ਕੈ ਲਾਗੀ। ਆਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੀ। ਅਨੰਦ ਸੁਭਾਵ ਭਾਗੀ ਹੋ ਸਗਲ ਮਨੋਰਥ ਪੂਰੇ। ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਭ ਸੇ ਪੂਰੇ ਬੁੱਧੇ ਜਾਣੀ। ਸੁਨਤੇ ਪੁਨੀਤ ਕਰਤੇ ਤੇ ਪਵਿੱਤਰ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਬਾਣੀ
ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਚਲਿਆਇਆ ਬਰਿਆਇਆ ਵਾਚੈ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।